ਤੇ ਜਦ ਨੂੰ ਖੇੜਾ ਦੀ ਸਮੱਸਿਆ ਜਿਹੜੀ ਹੈ, ਉੱਥੋਂ ਦੇ ਕਿਸਾਨਾਂ ਦੀ ਜਿਹੜੀ ਸਮੱਸਿਆ ਹੈਗੀ ਹੈ, ਉਹ ਸਾਹਮਣੇ ਆ ਗਈ। ਹੋਇਆ ਕੀ ਸੀਗਾ ਕਿ ਬੇਟੇ ਉੱਥੇ ਜਿਹੜੀ ਫਸਲ ਨਹੀਂ ਹੋਈ ਔਰ ਬਹੁਤ ਸਾਰੀ ਫਸਲ ਨਸ਼ਟ ਹੋ ਗਈ। ਉਹ ਜਿਵੇਂ ਅਸੀਂ ਬਿਹਾਰ 'ਚ ਕਿਹਾ, ਚੰਪਾਰਨ 'ਚ ਕਿਸਾਨਾਂ ਨੂੰ ਰਿਆਤ ਕਿਹਾ ਜਾਂਦਾ ਸੀਗਾ, ਉੱਥੇ ਬੇਟਾ ਕਿਸਾਨਾਂ ਨੂੰ ਪੱਟੀਦਾਰ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਮਾਈਕ ਆਫ ਨੇ, ਉਦਾਂ ਹੀ ਬੋਲ ਰਹੇ, ਪੱਟੀਦਾਰ ਕਿਹਾ ਜਾਂਦਾ ਸੀ। ਔਰ ਉਹਨਾਂ ਨੇ ਮੰਗ ਕੀਤੀ ਕਿ ਉਸ ਸਾਲ ਜਿੰਨਾ ਅਸੀਂ ਆਪਣੀ ਜ਼ਮੀਨ ਉੱਤੇ ਟੈਕਸ ਦੇਣਾ ਹੈ, ਉਹਦੀ ਵਸੂਲੀ ਰੋਕ ਦਿੱਤੀ ਜਾਏ। ਮਨਾ ਨਹੀਂ ਕੀਤਾ। ਜਿਵੇਂ ਤੁਸੀਂ ਕਿਸੇ ਦਾ ਕੁਝ ਪੈਸਾ ਦੇਣਾ ਤਾਂ ਤੁਸੀਂ ਕਹਿੰਦੇ ਵੀ ਇਹਨੂੰ 6 ਮਹੀਨੇ ਜਾਂ ਰੁਕ ਜਾ। ਮਨਾ ਨਹੀਂ ਕੀਤਾ ਕਿ ਮੈਂ ਨਹੀਂ ਦੇਣਾ। ਉਹ ਕਹਿੰਦੇ ਵੀ ਮੇਰੇ ਕੋਲ ਅਗਲੀ ਫਸਲ 'ਚ ਪੈਸੇ ਆ ਜਾਣਗੇ, ਉਹਦੇ 'ਚ ਦੇ ਦਿਆਂਗੇ, ਵੀ ਉਸ ਸਾਲ ਟੈਕਸ ਨੂੰ ਨਾ ਲਓ। ਪਰ ਸਰਕਾਰ ਨੇ ਪੱਟੀਦਾਰਾਂ ਦੀ ਤਰਫ ਤੋਂ ਆਏ ਹੋਏ ਸਾਰੇ ਪ੍ਰਸਤਾਵ ਰੱਦ ਕਰਤੇ। ਹੁਣ ਵਿਚਾਰੇ ਪਰੇਸ਼ਾਨ ਹੋ ਗਏ, ਫਸਲ ਹੈ ਨਹੀਂ, ਟੈਕਸ ਕਿੱਥੋਂ ਦੇਣਾ ਹੈ? ਆਪਣੀ ਰੋਜੀ ਰੋਟੀ ਦੇ ਲਾਲੇ ਪਏ ਹੋਏ ਆ, ਭੁੱਖੇ ਮਰਨ ਤੱਕ ਦੀ ਨੌਬਤ ਆਈ ਹੋਈ ਹੈ। ਸ਼ੰਕਰ ਲਾਲ ਪਾਰਕ ਤੇ ਮੋਹਨ ਲਾਲ ਨੇ, ਜਿਹੜੇ ਦੋ ਉੱਥੋਂ ਦੇ ਮੇਨ ਕਾਰਿਆਕਰਤਾ ਸਨ, ਉਹਨਾਂ ਨੇ ਗਾਂਧੀ ਜੀ ਨੂੰ ਇਹਨਾਂ ਕਿਸਾਨਾਂ ਦੀ ਹਾਲਤ ਬਾਰੇ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਬੇਨਤੀ ਕੀਤੀ। ਪਰ ਗਾਂਧੀ ਜੀ ਨੇ ਜੋ ਕੋਸ਼ਿਸ਼ਾਂ ਕੀਤੀਆਂ ਸਫਲ ਨਹੀਂ ਹੋਈਆਂ। ਤੇ ਗਾਂਧੀ ਜੀ ਨੇ ਉਹਨਾਂ ਨੂੰ ਕਿਹਾ, ਪੱਟੀਦਾਰਾਂ ਨੂੰ ਵੀ ਤੁਸੀਂ ਸੱਤਿਆਗ੍ਰਹਿ ਕਰੋ। ਨਦੀਆਦ ਅਨਾਥ ਆਸ਼ਰਮ ਵਿੱਚ ਇੱਕ ਕੈਂਪ ਖੋਲ੍ਹਿਆ ਗਿਆ। ਉਹ ਜਿਹੜਾ ਕੈਂਪ ਖੋਲ੍ਹਿਆ, ਉੱਥੇ ਵੱਲਭ ਭਾਈ ਪਟੇਲ, ਇੰਦੂ ਲਾਲ ਯਾਗਨਿਕ, ਮਹਾਦੇਵ ਦੇਸਾਈ, ਸ਼ੰਕਰ ਲਾਲ ਬੈਂਕਰ, ਸ਼੍ਰੀਮਤੀ ਅਨਸੁਈਆ ਵੈਨ, ਇਹ ਸਾਰੇ ਲੋਕ ਉੱਥੇ ਸੰਘਰਸ਼ ਵਿੱਚ ਸ਼ਾਮਲ ਹੋਏ। ਇਹਨਾਂ ਦਾ ਜੱਥਾ ਸੰਘਰਸ਼ ਵਿੱਚ ਆਇਆ ਔਰ ਗਾਂਧੀ ਜੀ ਨੇ ਇਹਨਾਂ ਨੂੰ ਸੱਤਿਆਗ੍ਰਹਿ ਨੂੰ ਇੱਕ ਸਹੁੰ ਚੁਕਾਈ। ਉਹ ਸਹੁੰ ਕੀ ਚੁਕਾਈ? ਉਹ ਬੇਟਾ ਧਿਆਨ ਦੇ ਨਾਲ ਸੁਣਨੀ ਹੈ। ਸਾਡੀ ਫਸਲ ਚੌਥਾਈ ਤੋਂ ਘੱਟ ਹੋਣ ਕਰਕੇ, ਜਾਣੀ ਜੇ ਅੱਗੇ 1 ਕੁਇੰਟਲ ਹੁੰਦੀ ਸੀ ਜਾਂ 4 ਕੁਇੰਟਲ ਹੁੰਦੀ ਸੀ, 1 ਕੁਇੰਟਲ ਰਹਿ ਗਈ। ਸਾਡੀ ਫਸਲ ਚੌਥਾਈ ਤੋਂ ਘੱਟ ਹੋਣ ਕਰਕੇ ਅਸੀਂ ਸਰਕਾਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਭੂ ਲਗਾਨ ਦੀ ਵਸੂਲੀ ਅਗਲੇ ਸਾਲ ਤੱਕ ਰੋਕ ਲਈ ਜਾਵੇ। ਪਰ ਸਰਕਾਰ ਨੇ ਸਾਡੀ ਬੇਨਤੀ ਮਨਜ਼ੂਰ ਨਹੀਂ ਕੀਤੀ। ਇਸ ਲਈ ਅਸੀਂ ਸਾਰੇ ਇੱਕ ਹੋ ਕੇ ਲਿਖਤ ਰੂਪ ਵਿੱਚ ਇਹ ਸਹੁੰ ਚੁੱਕ ਕੇ ਐਲਾਨ ਕਰਦੇ ਹਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਸਰਕਾਰ ਨੂੰ ਇਸ ਸਾਲ ਦਾ ਪੂਰਾ ਜਾਂ ਬਕਾਇਆ ਲਗਾਨ ਨਹੀਂ ਚੁਕਾਵਾਂਗੇ। ਸਾਡੇ ਸਰਕਾਰ ਖਿਲਾਫ ਸਰਕਾਰ ਜੋ ਕਾਰਵਾਈ ਉਚਿਤ ਸਮਝਦੀ ਹੈ ਉਹ ਕਰ ਸਕਦੀ ਹੈ। ਅਸੀਂ ਲਗਾਨ ਨਾ ਚੁਕਾਉਣ ਦੇ ਸਿੱਟਿਆਂ ਨੂੰ ਖੁਸ਼ੀ ਨਾਲ ਭੁਗਤਣ ਲਈ ਤਿਆਰ ਰਹਾਂਗੇ। ਖੁਦ ਲਗਾਨ ਚੁਕਾ ਕੇ ਆਪਣੇ ਪੱਖ ਨੂੰ ਝੂਠਾ ਸਾਬਤ ਕਰਨ ਜਾਂ ਆਪਣੇ ਆਤਮ ਸਨਮਾਨ ਦਾ ਸੌਦਾ ਕਰਨ ਦੀ ਬਜਾਏ ਅਸੀਂ ਆਪਣੀਆਂ ਜ਼ਮੀਨਾਂ ਜ਼ਬਤ ਹੋਣ ਦੇਣਾ ਜ਼ਿਆਦਾ ਉਚਿਤ ਸਮਝਾਂਗੇ। ਜੇਕਰ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਲਗਾਨ ਦੀ ਦੂਜੀ ਕਿਸ਼ਤ ਦੀ ਵਸੂਲੀ ਰੋਕ ਦੇਵੇ ਤਾਂ ਸਾਡੇ ਵਿੱਚੋਂ ਜੋ ਵਿਅਕਤੀ ਲਗਾਨ ਚੁਕਾਉਣ ਦੀ ਹਾਲਤ ਵਿੱਚ ਹੋਣਗੇ ਉਹ ਸਾਰਾ ਜਾਂ ਬਕਾਇਆ ਲਗਾਨ ਚੁਕਾ ਦੇਣਗੇ। ਜਾਣੀ ਇਹ ਕਿਹਾ ਵੀ ਜੇ ਤੁਸੀਂ ਪਾਲਿਸੀ ਬਣਾਉਂਦੇ ਹੋ ਵੀ ਨਹੀਂ ਰਹਿਣੇ, ਰੋਕ ਦਿੰਦੇ ਹੋ, ਤਾਂ ਅਸੀਂ ਇਹਦਾ ਨਜਾਇਜ਼ ਫਾਇਦਾ ਨਹੀਂ ਉਠਾਵਾਂਗੇ। ਜੋ ਸਾਡੇ ਵਿੱਚੋਂ ਦੇ ਸਕਦੇ ਨੇ ਉਹ ਦੇਣਗੇ, ਜਿੰਨਾ ਦੇ ਸਕਦੇ ਨੇ ਉਨਾ ਦੇਣਗੇ। ਇਹ ਸੱਚਾਈ ਦੇ ਅਸੂਲ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਕਹੀ। ਜੋ ਵਿਅਕਤੀ ਲਗਾਨ ਨਾ ਚੁਕਾ ਸਕਦੇ ਹੋਣ, ਉਹਨਾਂ ਦੇ ਨਾ ਚੁਕਾਉਣ ਦਾ ਕਾਰਨ ਇਹ ਹੈ ਕਿ ਜੇਕਰ ਉਹ ਵੀ ਲਗਾਨ ਚੁਕਾ ਦੇਣ ਜਾਂ ਗਰੀਬ ਲੋਕ ਜਾਂ ਘਬਰਾ ਕੇ ਆਪਣੀ ਜ਼ਮੀਨ ਜਾਇਦਾਦ ਵੇਚ ਦੇਣਗੇ ਤਾਂ ਫਿਰ ਲਗਾਨ ਚੁਕਾਉਣ ਲਈ ਕਰਜ਼ ਲੈਣਗੇ ਜਾਂ ਲਗਾਨ ਚੁਕਾਉਣ ਲਈ ਕਰਜ਼ ਲੈਣਗੇ, ਜਿਸ ਨਾਲ ਉਹਨਾਂ ਤੇ ਹੋਰ ਵੱਡੀ ਮੁਸੀਬਤ ਆਏਗੀ। ਇਹਨਾਂ ਹਾਲਾਤਾਂ ਵਿੱਚ ਅਸੀਂ ਸਮਝਦੇ ਹਾਂ ਕਿ ਗਰੀਬਾਂ ਦਾ ਧਿਆਨ ਰੱਖਦੇ ਹੋਏ ਜੋ ਵਿਅਕਤੀ ਲਗਾਨ ਚੁਕਾ ਸਕਦੇ ਹਨ, ਉਹਨਾਂ ਦਾ ਵੀ ਇਹ ਫਰਜ਼ ਹੈ ਕਿ ਉਨੀ ਦੇਰ ਤੱਕ ਲਗਾਨ ਨਾ ਚੁਕਾਉਣ ਜਿੰਨੀ ਦੇਰ ਤੱਕ ਸਰਕਾਰ ਇਹ ਪਾਲਿਸੀ ਨਹੀਂ ਬਣਾ ਲੈਂਦੀ ਕਿ ਅਸੀਂ ਇਸ ਨੂੰ 1 ਸਾਲ ਦੇ ਲਈ ਮੁਲਤਵੀ ਕਰ ਦਿੱਤਾ। ਤੋ ਬੇਟਾ ਇੱਕ ਸ਼ਬਦ ਜਿਹੜਾ ਹੈ ਇਸ ਸਹੁੰ ਦਾ ਜਿਹੜਾ ਹੈ ਉਹ ਸਮਝਣ ਵਾਲਾ ਹੈ ਕਿ ਕਿਸ ਤਰੀਕੇ ਦੇ ਨਾਲ ਲੜਾਈ ਜਿਹੜੀ ਆ ਉਹ ਲੜੀ ਜਾਂਦੀ ਸੀ। ਇਹ ਪੱਟੀਦਾਰਾਂ ਦੇ ਲਈ, ਕਿਸਾਨਾਂ ਦੇ ਲਈ ਇੱਕ ਬਿਲਕੁਲ ਨਵਾਂ ਰਸਤਾ ਸੀ। ਨਹੀਂ ਤਾਂ ਆਮ ਤੌਰ ਤੇ ਕਿ ਅਸੀਂ ਨਹੀਂ ਦੇਣਾ, ਅਸੀਂ ਲੜਨਾ ਹੈ ਜਾਂ ਦਬਾਣਾ ਹੈ ਜਾਂ ਕੁਚਲਣਾ ਹੈ ਜਾਂ ਲੜਨਾ ਹੈ। ਔਰ
ਵਿੱਚੋਂ ਕਈ ਕਹਿੰਦੇ ਸੀ ਮੈਨੂੰ ਕੀ ਹੈ, ਮੈਂ ਤਾਂ ਦੇ ਦਿੰਦਾ। ਉਹ ਕਹਿੰਦੇ ਨਹੀਂ, ਯੂਨਾਈਟਿਡ ਜਿਹੜਾ ਦੇ ਸਕਦਾ ਉਹ ਵੀ ਉਨੀ ਦੇਰ ਤੱਕ ਨਹੀਂ ਦਊਗਾ ਜਿੰਨੀ ਦੇਰ ਤੱਕ ਸਰਕਾਰ ਫੈਸਲਾ ਨਾ ਕਰ ਲੇ ਕਿ ਅਸੀਂ ਨਹੀਂ ਲੈਣਾ। ਫਿਰ ਤੁਸੀਂ ਦਿਓ ਇਮਾਨਦਾਰੀ ਨਾਲ, ਕਿਉਂਕਿ ਤੁਹਾਡੀ ਆਤਮਾ ਦੀ ਆਵਾਜ਼ ਆ ਵੀ ਤੁਸੀਂ ਦੇ ਸਕਦੇ ਹੋ ਤਾਂ ਤੁਸੀਂ ਦਿਓ। ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਕੰਟਰੋਲ ਕਰਕੇ ਔਰ ਡਿਸਪਲਿਨ 'ਚ ਰਹਿ ਕੇ ਇਹ ਲੜਾਈ ਨੂੰ ਲੜਨੀ ਹੈ। ਉਹਨਾਂ ਨੇ ਪਿੰਡ ਪਿੰਡ ਜਾ ਕੇ ਸੱਤਿਆਗ੍ਰਹਿ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ ਔਰ ਉਹਨਾਂ ਨੂੰ ਉਤੇਜਨਾ ਦੇ ਠੀਕ ਕਾਰਨ ਹੋਣ ਦੀ ਹਾਲਾਤ ਵਿੱਚ ਵੀ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਵੀ ਤੁਹਾਨੂੰ ਉਕਸਾਣਗੇ, ਪ੍ਰਵੋਕ ਕਰਨਗੇ ਔਰ ਹੋ ਸਕਦਾ ਹੈ ਕਿ ਤੁਸੀਂ ਪ੍ਰਵੋਕ ਹੋਣ ਦੇ ਵਿੱਚ ਆ ਜਾਓ। ਕਿਉਂ? ਕਿਉਂਕਿ ਤੁਹਾਨੂੰ ਗਲਤ ਢੰਗ ਨਾਲ ਪ੍ਰਵੋਕ ਕੀਤਾ ਜਾ ਰਿਹਾ ਹੋਏਗਾ ਔਰ ਤੁਸੀਂ ਕਹੋਗੇ ਵੀ ਸਰ ਹੁਣ ਵੀ ਨਾ ਬੋਲੀਏ, ਜਦੋਂ ਸਾਡੇ ਤੇ ਨਜਾਇਜ਼ ਹੋ ਰਹੀ ਹੈ ਹੁਣ ਵੀ ਚੁੱਪ ਰਹੀਏ। ਉਹ ਕਹਿੰਦੇ ਤੁਸੀਂ ਉਦੋਂ ਵੀ ਚੁੱਪ ਰਹਿਣਾ। ਕਿਉਂ? ਤੁਸੀਂ ਇਹ ਇਰਾਦਾ ਸਮਝਣਾ ਹੈ ਕਿ ਸਰਕਾਰ ਤੁਹਾਨੂੰ ਜਾਣਬੁੱਝ ਕੇ ਉਤੇਜਿਤ ਕਰ ਰਹੀ ਹੈ, ਉਹਦੇ ਲਈ ਤਰੀਕੇ ਵੀ ਐਸੇ ਅਪਣਾ ਰਹੀ ਹੈ ਕਿ ਤੁਹਾਡਾ ਉਤੇਜਿਤ ਹੋਣਾ ਠੀਕ ਸਮਝਿਆ ਜਾਊਗਾ, ਪਰ ਤੁਸੀਂ ਤਾਂ ਵੀ ਉਤੇਜਿਤ ਨਹੀਂ ਹੋਣਾ, ਤਾਂ ਕਿ ਸਰਕਾਰ ਮਜਬੂਰ ਹੋ ਜਾਏ। ਉਦੋਂ ਵੀ ਕਹਿੰਦੇ ਸ਼ਾਂਤ ਰਹਿਣਾ ਹੈ। ਤੇ ਸਰਕਾਰੀ ਕਰਮਚਾਰੀ ਜਨਤਾ ਦੇ ਸੇਵਕ ਨਹੀਂ, ਮਾਲਕ ਨਹੀਂ, ਇਸ ਲਈ ਉਹਨਾਂ ਤੋਂ ਡਰਨਾ ਨਹੀਂ। ਜਿਹੜੇ ਉੱਥੋਂ ਦੇ ਕਲੈਕਟਰ ਔਰ ਦੂਜੇ ਆਣਗੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ। ਉਹਨਾਂ ਦੇ ਉਪਦੇਸ਼ਾਂ ਦਾ ਬੜਾ ਅਸਰ ਪਿਆ। ਪੱਟੀਦਾਰ ਜਨਤਾ ਨੇ ਸ਼ਾਂਤ ਰਹਿ ਕੇ, ਨਿਡਰ ਹੋ ਕੇ, ਮਜ਼ਬੂਤੀ ਦੇ ਨਾਲ ਇਸ ਸੱਤਿਆਗ੍ਰਹਿ ਦਾ ਬੇਟਾ ਪਾਲਣ ਕੀਤਾ। ਸਰਕਾਰ ਨੇ ਧਨ ਵਸੂਲ ਕਰਨ ਦੇ ਬੜੇ ਨਵੇਂ ਉਪਾਅ ਦਿੱਤੇ। ਕਈ ਵਲੰਟੀਅਰਸ ਨੂੰ ਕੈਦ ਕਰ ਲਿਆ ਗਿਆ, ਖੜੀਆਂ ਫਸਲਾਂ ਦੀ ਨਿਲਾਮੀ ਕਰ ਦਿੱਤੀ ਗਈ, ਲੋਕਾਂ ਦੇ ਜਿਹੜੇ ਕਹਿੰਦੇ ਵੀ ਜਿਹੜੇ ਜਾਨਵਰ ਰੱਖੇ ਹੁੰਦੇ ਸੀ ਫਸਲ ਖੇਤੀ ਦੇ ਲਈ ਉਹ ਵੇਚ ਦਿੱਤੇ ਗਏ, ਜਾਇਦਾਦਾਂ ਦੀ ਕੁਰਕੀ ਕਰਤੀ ਗਈ। ਯਾਨੀ ਜੋ ਜ਼ੁਲਮ ਸਰਕਾਰ ਉੱਤੇ ਕਰ ਸਕਦੀ ਸੀ ਉਹਨੇ ਉਹ ਕੀਤਾ। ਲੇਕਿਨ ਅਲਟੀਮੇਟਲੀ ਪੱਟੀਦਾਰਾਂ ਤੇ ਸਰਕਾਰ ਵਿੱਚ ਇੱਕ ਸਮਝੌਤਾ ਹੋਇਆ ਜਿਹਦੇ ਨਾਲ ਇਹ ਸੱਤਿਆਗ੍ਰਹਿ ਖਤਮ ਹੋਇਆ। ਔਰ ਇਸ ਖੇੜਾ ਸੱਤਿਆਗ੍ਰਹਿ ਤੋਂ ਬਾਅਦ ਗਾਂਧੀ ਜੀ ਨੇ ਲਿਖਿਆ ਕਿ ਖੇੜਾ ਸੱਤਿਆਗ੍ਰਹਿ ਗੁਜਰਾਤ ਦੇ ਕਿਸਾਨਾਂ ਵਿੱਚ ਇੱਕ ਨਵੀਂ ਚੇਤਨਤਾ ਦੀ ਉਤਪਤੀ ਹੈ। ਇਹ ਉਹਨਾਂ ਦੀ ਅਸਲੀ ਰਾਜਨੀਤਿਕ ਸਿੱਖਿਆ ਦੀ ਸ਼ੁਰੂਆਤ ਹੈ। ਪੱਟੀਦਾਰ ਕਿਸਾਨਾਂ ਨੂੰ ਆਪਣੀ ਤਾਕਤ ਦਾ ਹਮੇਸ਼ਾ ਲਈ ਪਤਾ ਲੱਗ ਗਿਆ ਵੀ ਅਸੀਂ ਇੱਦਾਂ ਲੜ ਸਕਦੇ ਹਾਂ। ਜਨਤਾ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਉਹ ਆਪਣਾ ਭਲਾ ਖੁਦ ਕਰ ਸਕਦੀ ਹੈ ਅਤੇ ਇਹਨਾਂ ਲੋਕਾਂ ਦੀ ਸਹਿਣ ਸ਼ਕਤੀ ਤੇ ਬਲੀਦਾਨ ਦੀ ਤਾਕਤ ਤੇ ਨਿਰਭਰ ਕਰਦੀ ਸੀ। ਇਸ ਕਰਕੇ ਖੇੜਾ ਮੁਹਿੰਮ ਤੋਂ ਬਾਅਦ ਗੁਜਰਾਤ ਵਿੱਚ ਸੱਤਿਆਗ੍ਰਹਿ ਦੀਆਂ ਜੜ੍ਹਾਂ ਹੋਰ ਪੱਕੀਆਂ ਹੋ ਗਈਆਂ। ਇਹ ਤਿੰਨ ਮੇਨ ਅਸੀਂ ਜ਼ਿਕਰ ਕੀਤੇ ਅੱਜ। ਚੌਥਾ ਬੇਟਾ ਜਿਹੜਾ ਤੁਸੀਂ ਇਹਦੇ 'ਚ ਐਡ ਕਰਨਾ, ਅਸੀਂ ਆਲਰੇਡੀ ਪਹਿਲਾਂ ਪੜ੍ਹ ਚੁੱਕੇ ਹਾਂ, ਉਹਨੂੰ ਤੁਸੀਂ ਇਹਦੇ 'ਚ ਸ਼ਾਮਿਲ ਕਰਨਾ, ਮੈਂ ਉਹਨੂੰ ਰਿਪੀਟ ਨਹੀਂ ਕਰਨਾ। ਉਹ ਹੈ ਰੌਲਟ ਐਕਟ, ਜਲਿਆਂਵਾਲੇ ਬਾਗ ਦਾ ਇੰਸੀਡੈਂਟ ਔਰ ਉਸ ਤੋਂ ਬਾਅਦ ਨੌਨ ਕੋਆਪਰੇਸ਼ਨ ਮੂਵਮੈਂਟ। ਠੀਕ ਹੈ, तो ये असी ਜਿਹੜੇ ਪੁਆਇੰਟਸ बेटा पढ़े ने मैं एक बारी ਦੁਬਾਰਾ तो ਤੁਹਾਨੂੰ रिपीट कर देना भी असी ਕਿਹੜੇ सत्याग्रह का उल्लेख किया। बेसिकली 4 का किया है, चंपारण, अहमदाबाद विच मिलों का, खेड़ा के पट्टीदारां का, किसानां का, और चौथा बेटा असी जिक्र कर रहे हैं नॉन कोऑपरेशन मूवमेंट का, सहयोग अंदोलन का। लेकिन उदों पहला असी सारी भूमिका रॉलेट एक्ट और जलियांवाले बाग के कांड नूं नाल लैके बनावांगे। ठीक है बेटा, तो ये सन गांधी जी का मास कॉन्टैक्ट प्रोग्राम्स और उन्होंने तरीके, जिन्होंने तरीकों के राही उन्होंने इस अंदोलन